Good morning, students. Now we will start our next topic of 16th chapter. ਅੱਜ ਆਪਾਂ ਟੌਪਿਕ ਕਰਨਾ ਸੈਕਿੰਡ ਟੌਪਿਕ ਆ ਜਿਹਦਾ ਨਾਮ ਹੈਗਾ ਡਿਟਰਮੀਨੇਸ਼ਨ ਆਫ ਐਕਸਚੇਂਜ ਰੇਟ, ਜਿਹਨੂੰ ਵਟਾਂਦਰਾ ਦਰ ਦਾ ਨਿਰਧਾਰਨ ਬੋਲਿਆ ਜਾਂਦਾ। ਇਹਦਾ ਮਤਲਬ ਕੀ ਆ? ਕੱਲ ਆਪਾਂ ਪੜ੍ਹਿਆ ਕਿ ਐਕਸਚੇਂਜ ਰੇਟ ਕੀ ਹੁੰਦਾ। ਐਕਸਚੇਂਜ ਰੇਟ ਉਹ ਵਾਲਾ ਰੇਟ ਹੈ ਜਿਹਦੇ ਨਾਲ ਆਪਾਂ ਕਿਸੇ ਵੀ ਕੰਟਰੀ ਦੀ ਕਰੰਸੀ ਨੂੰ ਕਿਸੇ ਹੋਰ ਕੰਟਰੀ ਦੀ ਕਰੰਸੀ ਦੇ ਵਿੱਚ ਕੀ ਆ ਕਨਵਰਟ ਕਰ ਸਕਦੇ ਹਾਂ। ਜਿਸ ਰੇਟ ਤੇ ਕੀ ਆ ਆਪਾਂ ਕਨਵਰਟ ਕਰਦੇ ਹਾਂ ਉਹ ਰੇਟ ਨੂੰ ਬੋਲਿਆ ਜਾਂਦਾ ਐਕਸਚੇਂਜ ਰੇਟ ਜਾਂ ਫੋਰਨ ਐਕਸਚੇਂਜ ਰੇਟ। ਕਲੀਅਰ? ਜਿੱਦਾਂ ਆਪਾਂ ਦੇਖ ਲੈਂਦੇ ਹਾਂ ਵੀ ਇੱਕ ਡਾਲਰ ਕੀ ਆ 60 ਰੁਪੀਜ਼ ਦੇ ਬਰਾਬਰ ਆ, ਤਾਂ ਆਪਾਂ ਨੂੰ ਕੀ ਪਤਾ ਚੱਲਦਾ ਵੀ ਇਹਦਾ ਡਿਟਰਮੀਨੇਸ਼ਨ ਕਿੱਦਾਂ ਹੋਇਆ, ਵੀ ਕਿੱਦਾਂ ਕਿਹਾ ਗਿਆ ਵੀ ਇੱਕ ਯੂਐਸਏ ਡਾਲਰ 60 ਰੁਪੀਜ਼ ਦੇ ਬਰਾਬਰ ਆ। ਤਾਂ ਇਹੀ ਜੋ ਡਿਟਰਮੀਨੇਸ਼ਨ ਹੋਇਆ, ਨਿਰਧਾਰਨ ਹੋਇਆ, ਉਹ ਅੱਜ ਆਪਾਂ ਪੜਾਂਗੇ ਵੀ ਕਿਹੜੇ ਬੇਸਿਸ ਤੇ ਹੁੰਦਾ। ਕਲੀਅਰ? ਤਾਂ ਆਪਣੇ ਕੋਲ ਜਿਹੜਾ ਡਿਟਰਮੀਨੇਸ਼ਨ ਆਫ ਐਕਸਚੇਂਜ ਰੇਟ ਆ ਉਹਦੇ ਲਈ ਦੋ ਕੀ ਆ ਆਪਣੇ ਕੋਲ ਸਿਸਟਮ ਆ। ਫਸਟ ਵਨ ਕੀ ਆ ਫਿਕਸਡ ਐਕਸਚੇਂਜ ਰੇਟ ਸਿਸਟਮ, ਸੈਕਿੰਡ ਕੀ ਆ ਫਲੈਕਸੀਬਲ ਐਕਸਚੇਂਜ ਰੇਟ ਸਿਸਟਮ। ਅੱਜ ਆਪਾਂ ਸਾਰਾ ਡਿਸਕਸ ਕਰਨਾ ਫਿਕਸਡ ਐਕਸਚੇਂਜ ਰੇਟ ਸਿਸਟਮ, ਜਿਹਨੂੰ ਪੰਜਾਬੀ ਦੇ ਵਿੱਚ ਸਥਿਰ ਵਟਾਂਦਰਾ ਦਰ ਪ੍ਰਣਾਲੀ ਵੀ ਕਿਹਾ ਜਾਂਦਾ, ਤੇ ਜਿਹੜਾ ਫਲੈਕਸੀਬਲ ਐਕਸਚੇਂਜ ਰੇਟ ਸਿਸਟਮ ਆ ਉਹਨੂੰ ਲਚਕੀਲੀ ਵਟਾਂਦਰਾ ਦਰ ਪ੍ਰਣਾਲੀ ਵੀ ਬੋਲਿਆ ਜਾਂਦਾ। ਤਾਂ ਸਭ ਤੋਂ ਪਹਿਲਾਂ ਆਪਾਂ ਸਟਾਰਟ ਕਰਦੇ ਹਾਂ ਫਿਕਸਡ ਐਕਸਚੇਂਜ ਰੇਟ ਸਿਸਟਮ, ਜਿਹਨੂੰ ਪੰਜਾਬੀ ਦੇ ਵਿੱਚ ਸਥਿਰ ਵਟਾਂਦਰਾ ਦਰ ਪ੍ਰਣਾਲੀ ਵੀ ਬੋਲਿਆ ਜਾਂਦਾ। ਜਿਵੇਂ ਕਿ ਨਾਮ ਤੋਂ ਹੀ ਕਲੀਅਰ ਆ ਕਿ ਇਹ ਕੀ ਹੈ, ਇੱਕ ਫਿਕਸਡ ਸਿਸਟਮ ਆ ਆਫ ਐਕਸਚੇਂਜ। ਠੀਕ ਹੈ, ਮਤਲਬ ਜੋ ਕਿ ਫਿਕਸ ਕੀਤਾ ਜਾਂਦਾ। ਹੁਣ ਦੇਖੋ ਜਿਹੜਾ ਫਿਕਸਡ ਰੇਟ ਆਫ ਐਕਸਚੇਂਜ ਆ ਉਹ ਕਿਹਦੇ ਦੁਆਰਾ ਨਿਰਧਾਰਨ ਕੀਤਾ ਜਾਂਦਾ ਜਾਂ ਕਿਹਦੇ ਦੁਆਰਾ ਡਿਟਰਮਿਨ ਕੀਤਾ ਜਾਂਦਾ। ਜਿਹੜਾ ਵੀ ਐਕਸਚੇਂਜ ਰੇਟ ਗਵਰਨਮੈਂਟ ਦੁਆਰਾ ਕੀ ਕੀਤਾ ਜਾਂਦਾ, ਫਿਕਸਡ ਕੀਤਾ ਜਾਂਦਾ, ਉਹਨੂੰ ਕੀ ਬੋਲਦੇ ਆ ਫਿਕਸਡ ਐਕਸਚੇਂਜ ਰੇਟ। ਠੀਕ ਹੈ, ਤਾਂ ਇਹ ਗਵਰਨਮੈਂਟ ਦੁਆਰਾ ਕੀ ਆ ਫਿਕਸ ਕੀਤਾ ਜਾਂਦਾ। ਜੇ ਕੋਈ ਵੀ ਇਹਦੇ ਵਿੱਚ ਚੇਂਜਸ ਕਰਨੇ ਆ ਤਾਂ ਉਹ ਵੀ ਕਿਹਦੇ ਦੁਆਰਾ ਕੀਤੇ ਜਾਂਦੇ ਆ, ਗਵਰਨਮੈਂਟ ਦੁਆਰਾ ਹੀ ਚੇਂਜਸ ਕੀਤੇ ਜਾਣਗੇ। ਠੀਕ ਹੈ, ਤਾਂ ਦੇਖੋ ਕਹਿੰਦੇ ਐਕਸਚੇਂਜ ਰੇਟ ਇਜ਼ ਡਿਟਰਮਿਨ, ਕਹਿੰਦੇ ਜਿਹੜਾ ਫਿਕਸਡ ਐਕਸਚੇਂਜ ਰੇਟ ਆ ਇਹ ਕਿਹਦੇ ਆਧਾਰ ਦੇ ਉੱਤੇ ਡਿਟਰਮਿਨ ਕੀਤਾ ਜਾਂਦਾ, ਤਾਂ ਇਹ ਗੋਲਡ ਦੇ ਬੇਸਿਸ ਦੇ ਉੱਪਰ ਕੀ ਆ ਨਿਰਧਾਰਿਤ ਕੀਤਾ ਜਾਂਦਾ। ਇਹਦੇ ਵਿੱਚ ਆਪਾਂ ਇੱਦਾਂ ਕਹਿ ਸਕਦੇ ਹਾਂ ਵੀ ਜਿਹੜੀਆਂ ਅਲੱਗ-ਅਲੱਗ ਦੇਸ਼ ਹੁੰਦੇ ਆ, ਅਲੱਗ-ਅਲੱਗ ਕੰਟਰੀਜ਼ ਹੁੰਦੀਆਂ, ਠੀਕ ਹੈ, ਉਹਨਾਂ ਕੋਲ ਜਿੰਨੇ ਵੀ ਗੋਲਡ ਰਿਜ਼ਰਵ ਹੁੰਦੇ ਆ ਤਾਂ ਉਹਨਾਂ ਦੇ ਆਧਾਰ ਤੇ ਕਹਿੰਦੇ ਉਹ ਆਪਦੀ ਕਰੰਸੀ ਨੂੰ ਕੀ ਆ ਗੋਲਡ ਦੀ ਫਾਰਮ ਦੇ ਵਿੱਚ ਪਹਿਲਾਂ ਕੀ ਆ ਰੀਪ੍ਰਜੈਂਟ ਕਰਦੀਆਂ, ਤਾਂ ਉਸ ਤੋਂ ਬਾਅਦ ਕੀ ਆ ਉਹਨਾਂ ਨੂੰ ਕਨਵਰਟ ਕਰਦੀਆਂ। ਠੀਕ ਹੈ, ਮਤਲਬ ਉਹਨਾਂ ਲਈ ਕਾਮਨ ਯੂਨਿਟ ਦਾ ਬੇਸਿਸ ਕੀ ਹੁੰਦਾ, ਕਾਮਨ ਯੂਨਿਟ ਕੀ ਹੁੰਦੀ ਆ ਉਹਨਾਂ ਲਈ ਗੋਲਡ ਹੁੰਦੀ ਆ। ਠੀਕ ਹੈ, ਗੋਲਡ ਦੇ ਬੇਸਿਸ ਦੇ ਉੱਤੇ ਜਿਹੜਾ ਐਕਸਚੇਂਜ ਰੇਟ ਡਿਟਰਮਿਨ ਕੀਤਾ ਜਾਂਦਾ ਉਹਨੂੰ ਬੋਲਦੇ ਆ ਫਿਕਸਡ ਐਕਸਚੇਂਜ ਰੇਟ। ਕਲੀਅਰ? ਤਾਂ ਇਸ ਤੋਂ ਅੱਗੇ ਦੇਖੋ ਜੋ ਕੀ ਆ ਫਿਕਸਡ ਐਕਸਚੇਂਜ ਰੇਟ ਸਿਸਟਮ ਆ, ਇਹਦੇ ਅੱਗੇ ਵੀ ਕੀ ਆ ਦੋ ਪਾਰਟਸ ਆ, ਮਤਲਬ ਇਹ ਦੋ ਤਰ੍ਹਾਂ ਦਾ ਹੋ ਸਕਦਾ। ਫਸਟ ਹੈਗਾ 골ਡ ਸਟੈਂਡਰਡ ਸਿਸਟਮ, ਜਿਹਨੂੰ ਸੋਨੇ ਦੀ ਮਿਆਰ ਦੀ ਪ੍ਰਣਾਲੀ ਬੋਲਿਆ ਜਾਂਦਾ। ਦੂਜਾ ਹੈਗਾ ਐਡਜਸਟੇਬਲ ਪੈਗ ਸਿਸਟਮ, ਜਿਹਨੂੰ ਪੰਜਾਬੀ ਦੇ ਵਿੱਚ ਸਮਾਯੋਜਕ ਪੈਗ ਪ੍ਰਣਾਲੀ ਵੀ ਕਿਹਾ ਜਾਂਦਾ। ਸਭ ਤੋਂ ਪਹਿਲਾਂ ਆਪਾਂ ਡਿਸਕਸ ਕਰਾਂਗੇ ਕਿ ਵਟ ਇਜ਼ ਦਾ 골ਡ ਸਟੈਂਡਰਡ ਸਿਸਟਮ। ਠੀਕ ਹੈ, ਸੋਨੇ ਦੀ ਮਿਆਰ ਦਾ ਸਿਸਟਮ ਕੀ ਆ? ਤਾਂ ਦੇਖੋ ਕਹਿੰਦੇ 골ਡ ਸਟੈਂਡਰਡ ਸਿਸਟਮ ਜਿਹੜਾ ਸੀਗਾ ਉਹ ਆਪਣਾ ਬਹੁਤ ਹੀ ਜ਼ਿਆਦਾ ਕੀ ਆ ਪੁਰਾਣਾ ਸਿਸਟਮ ਆ। ਠੀਕ ਹੈ, ਤਾਂ ਇਹ ਆਪਾਂ ਸਿਸਟਮ ਕਹਿ ਸਕਦੇ ਹਾਂ ਵੀ 1920s ਤੋਂ ਬਾਅਦ ਪਹਿਲਾਂ ਚੱਲਦਾ ਸੀ, ਉਸ ਤੋਂ ਬਾਅਦ ਕੀ ਹੈ ਇਹ ਖਤਮ ਹੋ ਗਿਆ। ਕਲੀਅਰ? ਤਾਂ ਦਾ ਵੈਲਿਊ ਆਫ ਇਹਦੇ ਵਿੱਚ ਕੀ ਆ, ਦਾ ਵੈਲਿਊ ਆਫ ਕਰੰਸੀ ਯੂਨਿਟ ਇਜ਼ ਟਾਈਡ ਟੂ ਦਾ ਗਿਵਨ weight ਆਫ ਗੋਲਡ ਆਫ ਆ ਗਿਵਨ ਪਿਓਰਿਟੀ। ਤਾਂ ਦੇਖੋ ਕਹਿੰਦੇ ਇਹਦੇ ਵਿੱਚ ਕਰੰਸੀ ਦੀ ਵੈਲਿਊ ਨੂੰ ਗੋਲਡ ਦੇ weight ਦੇ ਹਿਸਾਬ ਦੇ ਨਾਲ ਕੀ ਆ ਟਾਈਡ ਕੀਤਾ ਜਾਂਦਾ ਸੀਗਾ। ਮਤਲਬ ਤਾਂ ਇੱਕ ਕੋਈ ਵੀ ਆਪਾਂ ਕਰੰਸੀ ਲੈ ਲੈਂਦੇ ਹਾਂ, ਮਤਲਬ ਉਹਨਾਂ ਦੇ $1 ਦੇ ਵਿੱਚ ਇੰਨੇ ਗ੍ਰਾਮ ਸੋਨਾ ਆਊਗਾ। ਠੀਕ ਹੈ, ਆਪਾਂ ਨੂੰ ਪਤਾ ਵਾ ਵੀ ਜਿਹੜਾ ਸੋਨਾ ਵਾ ਉਹਨੂੰ ਗ੍ਰਾਮਸ ਦੀ ਫਾਰਮ ਦੇ ਵਿੱਚ ਕੀ ਆਪਾਂ ਮੈਜ਼ਰ ਕਰਦੇ ਹਾਂ, ਤਾਂ ਸਾਰਿਆਂ ਦੇ ਲਈ ਇੱਕ ਹੀ ਯੂਨਿਟ ਬਣ ਗਈ, ਉਹ ਕੀ ਸੀ ਗੋਲਡ। ਠੀਕ ਹੈ, ਗੋਲਡ ਦੇ ਬੇਸਿਸ ਦੇ ਉੱਤੇ ਹੀ ਕਰੰਸੀਜ਼ ਦੀ ਵੈਲਿਊ ਨੂੰ ਕੀ ਕੀਤਾ ਜਾਂਦਾ, ਟਾਈਡ ਕੀਤਾ ਜਾਂਦਾ, ਉਹਨੂੰ ਬੋਲਦੇ ਆ 골ਡ ਸਟੈਂਡਰਡ ਸਿਸਟਮ। ਕਲੀਅਰ? ਤਾਂ ਦੇਖੋ ਕਹਿੰਦੇ ਜਿਹੜਾ ਐਕਸਚੇਂਜ ਰੇਟ 골ਡ ਸਟੈਂਡਰਡ ਦੇ ਹਿਸਾਬ ਦੇ ਨਾਲ ਆਪਣਾ ਐਕਸਚੇਂਜ ਰੇਟ ਫਿਕਸ ਕਰਦਾ, ਡਿਟਰਮਿਨ ਕਰਦਾ, ਉਹਨੂੰ ਕੀ ਬੋਲਦੇ ਆ ਮਿੰਟ ਪੈਰਿਟੀ ਸਿਸਟਮ ਵੀ ਬੋਲਦੇ ਆ। ਠੀਕ ਹੈ, ਇਹਨੂੰ ਮਿੰਟ ਪੈਰਿਟੀ ਐਕਸਚੇਂਜ ਸਿਸਟਮ ਵੀ ਬੋਲਿਆ ਜਾਂਦਾ, ਜਿਹਨੂੰ ਪੰਜਾਬੀ ਦੇ ਵਿੱਚ ਆਪਾਂ ਟਕਸਾਲ ਬਰਾਬਰੀ ਐਕਸਚੇਂਜ ਦਰ ਵੀ ਬੋਲਦੇ ਆ ਜਾਂ ਵਟਾਂਦਰਾ ਦਰ ਵੀ ਬੋਲਦੇ ਆ। ਕਲੀਅਰ? ਤਾਂ ਇਹਨੂੰ 골ਡ ਸਟੈਂਡਰਡ ਨੂੰ ਆਪਾਂ ਇੱਕ ਐਗਜ਼ਾਮਪਲ ਲੈ ਕੇ ਸਮਝਦੇ ਹਾਂ ਕਿ ਇਹ ਸਿਸਟਮ ਕੀ ਸੀ। ਤਾਂ ਦੇਖੋ ਇਹਦੇ ਵਿੱਚ ਆਪਾਂ ਦੋ ਕੰਟਰੀਜ਼ ਲੈ ਲੈਂਦੇ ਹਾਂ, ਇੱਕ USA
ਠੀਕ ਹੈ, ਅਮਰੀਕਾ ਤੇ ਇੱਕ ਕੀ ਆ ਇੰਡੀਆ। ਆਪਾਂ ਨੂੰ ਪਤਾ ਅਮਰੀਕਾ ਦੇ ਵਿੱਚ US ਡਾਲਰ ਚੱਲਦੇ ਆ ਤੇ ਇੰਡੀਆ ਦੇ ਵਿੱਚ ਰੁਪੀਜ਼ ਚੱਲਦੇ ਆ। ਤਾਂ ਸਭ ਤੋਂ ਪਹਿਲਾਂ ਇਸ ਸਟੈਂਡਰਡ ਦੇ ਵਿੱਚ ਕੀ ਆ, USA ਆਪਣੀ ਕਰੰਸੀ ਨੂੰ ਮਤਲਬ ਉਹ ਕੀ ਕਹੂਗਾ ਕਿ ਸਾਡਾ $1 4 ਗ੍ਰਾਮ ਗੋਲਡ ਦੇ ਬਰਾਬਰ ਆ। ਮਤਲਬ ਸਾਡੇ $1 ਦੇ ਵਿੱਚ 4 ਗ੍ਰਾਮ ਕੀ ਆ ਗੋਲਡ ਆਊਗਾ। ਠੀਕ ਹੈ, ਉੱਦਾਂ ਹੀ ਇੰਡੀਆ ਦੇ ਵਿੱਚ 1 ਰੁਪਏ ਦੇ ਵਿੱਚ ਕੀ ਆ 2 ਗ੍ਰਾਮ ਗੋਲਡ ਆਊਗਾ। ਠੀਕ ਹੈ, ਤਾਂ ਇਹ ਫਿਕਸ ਕੀਤਾ ਜਾਂਦਾ। ਮਤਲਬ ਵੀ USA ਦੇ $1 ਕੀ ਆ ਕਿਹਦੇ ਬਰਾਬਰ ਆ 4 ਗ੍ਰਾਮ ਸੋਨੇ ਦੇ, ਤੇ ਇੰਡੀਆ ਦਾ 1 ਰੁਪੀਜ਼ ਕਿਹਦੇ ਬਰਾਬਰ ਆ 2 ਗ੍ਰਾਮ ਸੋਨੇ ਦੇ। ਮਤਲਬ ਉਹਨਾਂ ਨੇ ਆਪਦੀ ਕਰੰਸੀ ਨੂੰ, ਹੁਣ ਇਹਨੂੰ ਤਾਂ ਆਪਾਂ ਕੀ ਆ ਇੱਕੋ ਯੂਨਿਟ ਤੇ ਨਹੀਂ ਲੈ ਕੇ ਆ ਸਕਦੇ ਕਿਉਂਕਿ ਆ ਡਾਲਰਸ ਨੇ ਆ ਰੁਪੀਜ਼ ਆ, ਪਰ ਆਪਾਂ ਕੀ ਆ ਇੱਕ ਉਹਦੀ ਸਟੈਂਡਰਡ ਯੂਨਿਟ ਤਾਂ ਬਣਾ ਹੀ ਸਕਦੇ ਆ। ਮਤਲਬ ਆਪਾਂ ਕੀ ਆ ਇੱਕ ਕਾਮਨ ਯੂਨਿਟ ਬਣਾ ਸਕਦੇ ਆ। ਮਤਲਬ ਉਹਨਾਂ ਨੇ ਵੀ ਆਪਦੀ ਕਰੰਸੀ ਨੂੰ ਗੋਲਡ ਦੇ ਵਿੱਚ ਸ਼ੋ ਕਰਤਾ, ਆਪਾਂ ਵੀ ਸ਼ੋ ਕਰਤਾ ਗੋਲਡ ਦੇ ਵਿੱਚ। ਮਤਲਬ ਇਨ ਦਾ ਟਰਮਸ ਆਫ ਗੋਲਡ ਆਪਾਂ ਨੂੰ ਕੀ ਮਿਲ ਗਈ, ਇੱਕ ਕਾਮਨ ਯੂਨਿਟ ਮਿਲ ਗਈ। ਠੀਕ ਹੈ, ਤਾਂ ਆਪਾਂ ਜਦੋਂ ਇਹਦੀ ਰੇਸ਼ੋ ਕੱਢਾਂਗੇ ਮਤਲਬ ਕਿ ਇਹਦਾ ਮਤਲਬ ਕੀ ਹੋਇਆ, ਮਤਲਬ $1 ਦੇ ਵਿੱਚ ਕੀ ਆ ਕਿੰਨੇ ਰੁਪੀਜ਼ ਆਉਣਗੇ, ਮਤਲਬ 2 ਰੁਪੀਜ਼ ਆਉਣਗੇ। ਠੀਕ ਹੈ, ਕਿਉਂਕਿ ਉਹਨਾਂ ਦੇ ਕੀ ਹੈ $1 ਦੇ ਵਿੱਚ 4 ਗ੍ਰਾਮ ਸੋਨਾ ਆਉਂਦਾ, ਆਪਣੇ 1 ਰੁਪਏ ਦੇ ਵਿੱਚ 2 ਗ੍ਰਾਮ ਸੋਨਾ ਆਉਂਦਾ। ਠੀਕ ਹੈ, ਤਾਂ ਦੇਖੋ ਕਹਿੰਦੇ ਉਹਨਾਂ ਦਾ 4 ਗ੍ਰਾਮ ਸੋਨਾ ਠੀਕ ਹੈ $1 ਤੇ ਆ ਜਾਂਦਾ। ਜੇ ਇਹੀ 4 ਗ੍ਰਾਮ ਸੋਨਾ ਆਪਾਂ ਇਨ ਦਾ ਫਾਰਮ ਆਫ ਇੰਡੀਅਨ ਰੁਪੀਜ਼ 'ਚ ਲੈਣਾ ਤਾਂ ਆਪਾਂ ਨੂੰ ਕਿੰਨੇ ਦਾ ਪਊਗਾ 2 ਰੁਪੀਜ਼ ਦੇ ਵਿੱਚ। ਮਤਲਬ ਇਸ ਤੋਂ ਪਤਾ ਲੱਗਦਾ ਵੀ ਉਹਨਾਂ ਦਾ $1 ਕੀ ਹੈ, ਜਿਹੜੀ ਚੀਜ਼ ਉਹਨਾਂ ਦੇ $1 'ਚ ਆ ਜਾਣੀ ਆ ਉਹਦੇ ਲਈ ਆਪਾਂ ਨੂੰ 2 ਰੁਪੀਜ਼ ਕੀ ਆ ਪੇ ਕਰਨੇ ਪੈਣਗੇ। ਇਸ ਤੋਂ ਬਿਨਾਂ ਆਪਾਂ ਇੱਕ ਹੋਰ ਐਗਜ਼ਾਮਪਲ ਲੈਂਦੇ ਹਾਂ। ਤਾਂ ਦੇਖੋ ਕਹਿੰਦੇ ਜੇ ਇੱਕ USA ਡਾਲਰ ਦੇ ਵਿੱਚ 10 ਗ੍ਰਾਮ ਗੋਲਡ ਆਉਂਦਾ ਤਾਂ ਉਹੀ 10 ਗ੍ਰਾਮ ਗੋਲਡ ਆਪਣੇ 20 ਰੁਪੀਜ਼ ਦੇ ਵਿੱਚ ਆਉਂਦਾ। ਠੀਕ ਹੈ, ਜਸਟ ਐਨ ਐਗਜ਼ਾਮਪਲ ਆ ਕਿ ਉਹਨਾਂ ਦੇ $1 ਦੇ ਵਿੱਚ 10 ਗ੍ਰਾਮ ਸੋਨਾ ਆਉਂਦਾ ਤੇ ਉਹੀ 10 ਗ੍ਰਾਮ ਸੋਨਾ ਆਪਣੇ ਇੱਧਰ 20 ਰੁਪੀਜ਼ ਦੇ ਵਿੱਚ ਆਉਂਦਾ। ਤਾਂ ਆਪਾਂ ਇਹਦੀ ਰੇਸ਼ੋ ਕੱਢਾਂਗੇ। ਮਤਲਬ ਉਹਨਾਂ ਦਾ ਕੀ ਹੈ $1 ਤੇ ਆਪਣੇ ਰੁਪੀਜ਼। ਤਾਂ ਦੇਖੋ ਕਹਿੰਦੇ ਉਹਨਾਂ ਦਾ $1 ਤੇ ਆਪਣੇ 20 ਰੁਪੀਜ਼। ਮਤਲਬ ਉਹਨਾਂ ਦੇ $1 ਦੇ ਬਦਲੇ ਕੀ ਆ ਕਿੰਨੇ ਰੁਪੀਜ਼ ਮਿਲਣਗੇ 20 ਰੁਪੀਜ਼ ਮਿਲਣਗੇ। ਇਸ ਤਰ੍ਹਾਂ ਕੀ ਆ ਇਹ ਜਿਹੜਾ ਆਪਣਾ ਸਟੈਂਡਰਡ ਹੈ ਗੋਲਡ ਸਟੈਂਡਰਡ ਦੇ ਆਧਾਰ ਦੇ ਉੱਤੇ ਕੀ ਆ ਐਕਸਚੇਂਜ ਰੇਟ ਫਿਕਸ ਕੀਤਾ ਜਾਂਦਾ ਸੀ। ਕਲੀਅਰ? ਤਾਂ ਆਪਾਂ ਗੋਲਡ ਸਟੈਂਡਰਡ ਸਿਸਟਮ ਸਾਰਾ ਕੰਪਲੀਟ ਕਰ ਲਿਆ ਤੇ ਹੁਣ ਆਪਾਂ ਡਿਸਕਸ ਕਰਦੇ ਹਾਂ ਕਿ ਐਡਜਸਟੇਬਲ ਪੈਗ ਸਿਸਟਮ ਕੀ ਹੁੰਦਾ। ਕਲੀਅਰ? ਤਾਂ ਦੇਖੋ ਐਡਜਸਟੇਬਲ ਪੈਗ ਸਿਸਟਮ ਆਫ ਐਕਸਚੇਂਜ ਰੇਟ ਤਾਂ ਵਟਾਂਦਰਾ ਦਰ ਦੀ ਬਦਲਸ਼ੀਲ ਵੀ ਬੋਲਦੇ ਆ ਇਹਨੂੰ, ਜਾਂ ਫਿਰ ਸਮਾਯੋਜਕ ਪੈਗ ਪ੍ਰਣਾਲੀ ਕੀ ਆ। ਤਾਂ ਸਭ ਤੋਂ ਪਹਿਲਾਂ ਆਪਾਂ ਇਹਦੇ ਨਾਮ ਬਾਰੇ ਡਿਸਕਸ ਕਰਦੇ ਹਾਂ ਕਿ ਐਡਜਸਟੇਬਲ ਪੈਗ ਸਿਸਟਮ ਆ। ਠੀਕ ਹੈ, ਉਹਨੂੰ ਹੋਰ ਵੀ ਕੀ ਬੋਲਿਆ ਜਾਂਦਾ, ਉਹਨੂੰ ਕੀ ਆ ਪਾਪੂਲਰਲੀ ਆਪਾਂ ਨੋਨ ਐਜ਼ ਕਹਿ ਸਕਦੇ ਹਾਂ ਬ੍ਰੈਟਨ ਵੁਡਸ ਸਿਸਟਮ ਵੀ ਬੋਲਿਆ ਜਾਂਦਾ। ਠੀਕ ਹੈ, ਤਾਂ ਇਹ ਵਾਲਾ ਜਿਹੜਾ ਸਿਸਟਮ ਆ ਬ੍ਰੈਟਨ ਵੁਡ ਸਿਸਟਮ ਆ ਉਹਨੂੰ ਉਹ ਰੀਪਲੇਸ ਕੀਤਾ ਗਿਆ ਸੀ। ਮਤਲਬ ਕੀ ਆ ਗੋਲਡ ਸਟੈਂਡਰਡ ਜਿਹੜਾ ਆਪਾਂ ਪਹਿਲਾਂ ਪੜ੍ਹ ਚੁੱਕੇ ਹਾਂ, ਗੋਲਡ ਸਟੈਂਡਰਡ ਦੀ ਥਾਂ ਤੇ ਕੀ ਆ ਰੀਪਲੇਸ ਕੀਤਾ ਗਿਆ ਕਿਹਨੂੰ ਬ੍ਰੈਟਨ ਵੁਡ ਸਿਸਟਮ ਨੂੰ। ਠੀਕ ਹੈ, ਬ੍ਰੈਟਨ ਵੁਡ ਸਿਸਟਮ ਕੀ ਆ, ਇਹਦਾ ਦੂਸਰਾ ਨਾਮ ਹੀ ਕੀ ਆ ਐਡਜਸਟੇਬਲ ਪੈਗ ਸਿਸਟਮ। ਠੀਕ ਹੈ, ਤਾਂ ਕਿਉਂ ਆਪਾਂ ਨੂੰ ਜ਼ਰੂਰਤ ਪਈ ਕਿ ਆਪਣੀ ਕੰਟਰੀ ਦੇ ਵਿੱਚ ਕੀ ਆ ਗੋਲਡ ਸਟੈਂਡਰਡ ਦੀ ਜਗ੍ਹਾ ਦੇ ਉੱਤੇ ਕੀ ਆ ਬ੍ਰੈਟਨ ਵੁਡ ਸਿਸਟਮ ਲੈ ਕੇ ਆਉਣਾ ਪਿਆ। ਆਪਾਂ ਨੂੰ ਪਤਾ ਵੀ ਗੋਲਡ ਸਿਸਟਮ ਦੇ ਵਿੱਚ ਹਰੇਕ ਜਿਹੜੀਆਂ ਕਰੰਸੀਜ਼ ਸੀ ਕੰਟਰੀ ਦੀਆਂ ਕਰੰਸੀਜ਼ ਸੀ ਉਹਨੂੰ ਗੋਲਡ ਦੀ ਫਾਰਮ ਦੇ ਵਿੱਚ ਕੀ ਆ ਕਨਵਰਟ ਕਰਵਾਉਣਾ ਪੈਂਦਾ ਸੀ। ਤਾਂ ਇੱਦਾਂ ਕੀ ਆ ਬਹੁਤ ਸਾਰੀਆਂ ਪ੍ਰੋਬਲਮ ਆ ਗਈਆਂ। ਮਤਲਬ ਗੋਲਡ ਸਟੈਂਡਰਡ ਦੇ ਵਿੱਚ ਕੀ ਬਹੁਤ ਜ਼ਿਆਦਾ ਸਖਤੀ ਸੀ। ਮਤਲਬ ਉਹਦੇ ਵਿੱਚ ਕੀ ਆ ਐਡਜਸਟਮੈਂਟਸ ਨੂੰ ਕੀ ਆ ਅਲਾਉ ਨਹੀਂ ਕੀਤਾ ਜਾਂਦਾ ਸੀ। ਤਾਂ ਕਰਕੇ ਥੋੜੀ ਐਡਜਸਟਮੈਂਟਸ ਕਰਨ ਦੇ ਲਈ ਕੀ ਆ ਬ੍ਰੈਟਨ ਵੁਡ ਸਿਸਟਮ ਨੂੰ ਅਪਣਾਇਆ ਗਿਆ। ਤਾਂ ਬ੍ਰੈਟਨ ਵੁਡ ਸਿਸਟਮ ਨੂੰ 1947 ਦੇ ਟਾਈਮ ਤੋਂ ਲੈ ਕੇ 1971 ਤੱਕ ਕੀ ਆ ਅਪਣਾਇਆ ਗਿਆ। ਠੀਕ ਹੈ, ਤਾਂ ਇਹ ਸਿਸਟਮ ਦੇ ਵਿੱਚ ਕੀ ਆ ਕੁਝ ਐਡਜਸਟਮੈਂਟਸ ਨੂੰ ਅਲਾਉ ਕੀਤਾ ਗਿਆ, ਤਾਂ ਕਰਕੇ ਇਹਨੂੰ ਐਡਜਸਟਮੈਂਟ ਪੈਗ ਸਿਸਟਮ ਵੀ ਬੋਲਿਆ ਜਾਂਦਾ। ਠੀਕ ਹੈ, ਤਾਂ ਜਿਹੜੀ ਕਰੰਸੀ ਨੂੰ ਕਹਿੰਦੇ ਅਨਦਰ ਆਪਾਂ ਕਹਿ ਸਕਦੇ ਹਾਂ ਕਰੰਸੀ ਦੀ ਫਾਰਮ ਦੇ ਵਿੱਚ ਅਨਦਰ ਕਰੰਸੀ ਦੇ ਵਿੱਚ ਕੀ ਆ ਆਪਾਂ ਸ਼ੋ ਕਰ ਸਕਦੇ ਹਾਂ। ਮਤਲਬ ਪਹਿਲਾਂ ਕੀ ਸੀ ਕਰੰਸੀ ਨੂੰ ਆਪਾਂ ਗੋਲਡ ਦੀ ਫਾਰਮ ਦੇ ਵਿੱਚ ਕਨਵਰਟ ਕਰਦੇ ਸੀ, ਉਹਨੂੰ ਕੀ ਬੋਲਦੇ ਸੀ ਆਪਾਂ ਗੋਲਡ ਸਟੈਂਡਰਡ ਜਾਂ ਫਿਰ ਮਿੰਟ ਪੈਰਿਟੀ ਬੋਲਦੇ ਸੀ। ਪਰ ਜਿਹੜੀ ਕਰੰਸੀ ਨੂੰ ਬਾਕੀ ਹੋਰ ਕਿਸੇ
ਇੱਕ ਇੱਕ ਇੱਧਰ ਵੀ ਕਰੰਸੀ ਆ ਔਰ ਦੂਸਰੀ ਪਾਸੇ ਵੀ ਕਰੰਸੀ ਆ, ਮਤਲਬ ਇੱਕ ਕਰੰਸੀ ਨੂੰ ਦੂਜੇ ਦੇਸ਼ ਦੀ ਕਰੰਸੀ ਦੀ ਫਾਰਮ ਦੇ ਵਿੱਚ ਜਦੋਂ ਕਨਵਰਟ ਕਰਦੇ ਆ ਤਾਂ ਉਹਨੂੰ ਬੋਲਦੇ ਆ ਆਪਾਂ ਪੈਗਿੰਗ। ਤਾਂ ਕਰਕੇ ਇਹਦਾ ਨਾਮ ਕੀ ਪਿਆ, ਐਡਜਸਟੇਬਲ ਪੈਗ ਸਿਸਟਮ। ਠੀਕ ਹੈ, ਤਾਂ ਆਹ ਸਿਸਟਮ ਦੇ ਵਿੱਚ ਕੀ ਹੁੰਦਾ ਸੀ, ਕਹਿੰਦੇ ਡਿਫਰੈਂਟ ਕਰੰਸੀਜ਼ ਵਰ ਪੈਗਡ ਟੂ ਵਨ ਕਰੰਸੀ, ਮਤਲਬ ਡਿਫਰੈਂਟ ਕਰੰਸੀਜ਼ ਨੂੰ ਕੀ ਆ ਇੱਕ ਹੀ ਕਰੰਸੀ ਦੇ ਵਿੱਚ ਪਹਿਲਾਂ ਕਨਵਰਟ ਕੀਤਾ ਜਾਂਦਾ ਸੀ। ਤਾਂ ਉਹ ਕਰੰਸੀ ਕੀ ਸੀ, USA ਡਾਲਰ, ਕਿਉਂਕਿ USA ਡਾਲਰ ਕੀ ਸੀ 70% ਆਫ ਗੋਲਡ ਰਿਜ਼ਰਵ ਕਿਹਦੇ ਕੋਲ ਸੀਗਾ, USA ਕੋਲ ਸੀ। ਠੀਕ ਹੈ, ਅਮਰੀਕਾ ਕੋਲ ਸੀ। ਤਾਂ ਕਰਕੇ ਪਹਿਲਾਂ ਇਸ ਸਿਸਟਮ ਦੇ ਵਿੱਚ ਸਾਰੀ ਕਰੰਸੀਜ਼ ਨੂੰ ਕੀ ਕਰਨਾ ਪੈਂਦਾ ਸੀ, ਆਪਣੀ ਕਰੰਸੀ ਨੂੰ USA ਡਾਲਰ ਦੇ ਵਿੱਚ ਕਨਵਰਟ ਕਰਾਉਣਾ ਪੈਂਦਾ ਸੀ। ਤਾਂ ਜਿਹੜੀ USA ਡਾਲਰ ਸੀ, ਠੀਕ ਹੈ, USA ਡਾਲਰ ਦੀ ਕਰੰਸੀ ਸੀਗੀ, ਤਾਂ ਉਹ ਕੀ ਆ, USA ਡਾਲਰ ਵਾਜ਼ ਅਸਾਈਨਡ 골ਡ ਵੈਲਿਊ ਐਟ ਦਾ ਫਿਕਸਡ ਪ੍ਰਾਈਸ। ਤਾਂ ਉਹ USA ਡਾਲਰ ਕੀ ਆ ਇੱਕ ਫਿਕਸਡ 골ਡ ਪ੍ਰਾਈਸ ਦੇ ਉੱਤੇ ਕੀ ਆ ਉਹਨਾਂ ਨੂੰ ਪਹਿਲਾਂ ਹੀ ਅਸਾਈਨ ਕੀਤਾ ਹੋਇਆ ਸੀ ਵੀ ਇੱਕ USA ਡਾਲਰ ਦੇ ਵਿੱਚ 2 ਗ੍ਰਾਮ ਕੀ ਹੋਣਗੇ, ਆਪਣਾ 골ਡ ਆਊਗਾ। ਮਤਲਬ ਇੱਕ ਕਰੰਸੀ ਨੂੰ ਪਹਿਲਾਂ ਕੀ ਆ, ਕਿਸੇ ਵੀ ਕਰੰਸੀ ਨੂੰ, ਮਤਲਬ ਮੰਨ ਲਓ ਆਪਣੇ ਕੋਲ ਰੁਪੀਜ਼ ਆ, ਪਹਿਲਾਂ ਕੀ ਕਰਵਾਉਣਾ ਪੈਣਾ ਸੀ, ਇਸ ਸਿਸਟਮ ਦੇ ਅੰਡਰ ਆਪਾਂ ਨੂੰ USA ਡਾਲਰ ਦੇ ਵਿੱਚ ਕਨਵਰਟ। ਠੀਕ ਹੈ, ਤੇ ਜਿਹੜਾ USA ਡਾਲਰ ਸੀ ਉਹ ਆਲਰੇਡੀ ਕੀ ਆ ਫਿਕਸ ਕੀਤਾ ਜਾਂਦਾ ਸੀ ਇਨ ਦਾ ਟਰਮਸ ਆਫ 골ਡ। ਤਾਂ ਇਹ ਸਿਸਟਮ ਕੀ ਬਣ ਗਿਆ, ਆਪਣੇ ਆਪ ਹੀ ਕੀ ਆ, 골ਡ ਸਿਸਟਮ ਖਤਮ ਤਾਂ ਨਹੀਂ ਹੋਇਆ, ਪਰ ਫਿਰ ਵੀ ਕੀ ਆ ਇਹਦੇ ਕੀ ਆ 2 ਸਟੈਪਸ ਬਣ ਗਏ। ਠੀਕ ਹੈ, ਤਾਂ ਆਟੋਮੈਟਿਕਲੀ ਕੀ ਆ ਜਿਹੜੇ ਰੁਪੀਜ਼ ਆ 골ਡ ਦੀ ਫਾਰਮ ਦੇ ਵਿੱਚ ਕੀ ਆ ਕਨਵਰਟ ਹੋ ਜਾਂਦੇ ਸੀ। ਤਾਂ ਇਹ ਸਾਰੇ ਸਿਸਟਮ ਨੂੰ ਤਾਂ ਕਰਕੇ ਬੋਲਿਆ ਜਾਂਦਾ ਕਿ ਐਡਜਸਟੇਬਲ ਪੈਗ ਸਿਸਟਮ, ਕਿਉਂਕਿ ਇਹਦੇ ਵਿੱਚ ਕੀ ਆ ਸੈਂਟਰਲ ਬੈਂਕ ਦੁਆਰਾ ਕੁਝ ਜਿਹੜੀਆਂ ਆਪਾਂ ਐਡਜਸਟਮੈਂਟਸ ਆ ਜਾਂ ਚੇਂਜਸ ਕਰਨੇ ਆ ਉਹ ਅਲਾਉ ਕੀਤੇ ਜਾਂਦੇ ਸੀ। ਠੀਕ ਹੈ, ਤਾਂ ਆ ਇਹਦੇ 3 ਪੁਆਇੰਟਸ ਯਾਦ ਕਰਨੇ ਆ ਕਿ ਪਹਿਲਾਂ ਕਿਸੇ ਵੀ ਕਰੰਸੀ ਨੂੰ USA ਡਾਲਰ ਦੇ ਵਿੱਚ ਕਨਵਰਟ ਕਰਨਾ ਪੈਂਦਾ ਸੀ। USA ਜਿਹੜਾ ਡਾਲਰ ਸੀਗਾ ਉਹ ਪਹਿਲਾਂ ਹੀ ਕੀ ਆ ਇੱਕ ਫਿਕਸਡ ਪ੍ਰਾਈਸ 골ਡ ਦੀ ਫਾਰਮ ਦੇ ਵਿੱਚ ਉਹਦਾ ਫਿਕਸਡ ਹੁੰਦਾ ਸੀ। ਸੋ ਕੀ ਆ ਜੋ ਵੀ ਕਰੰਸੀ ਸੀ ਆਪਾਂ ਨੂੰ USA ਡਾਲਰ ਦੇ ਵਿੱਚ ਕਨਵਰਟ ਕਰਾਉਂਦੀ ਸੀ ਤਾਂ ਉਹ ਆਟੋਮੈਟਿਕਲੀ ਕੀ ਆ ਉਹ ਕਰੰਸੀ 골ਡ ਦੀ ਫਾਰਮ ਦੇ ਵਿੱਚ ਕੀ ਹੋ ਜਾਂਦੀ ਸੀ, ਚੇਂਜ ਹੋ ਜਾਂਦੀ ਸੀ। ਤਾਂ ਇਹ ਫਿਕਸਡ ਐਕਸਚੇਂਜ ਰੇਟ ਸਿਸਟਮ ਦੇ 2 ਕੀ ਸੀਗੇ ਸਿਸਟਮ ਸੀ, ਫਸਟ 골ਡ ਸਟੈਂਡਰਡ ਸਿਸਟਮ ਤੇ ਦੂਸਰਾ ਕਿਹੜਾ ਸੀ, ਐਡਜਸਟੇਬਲ ਪੈਗ ਸਿਸਟਮ। ਇਸ ਤੋਂ ਅੱਗੇ ਆਪਾਂ ਡਿਸਕਸ ਕਰਦੇ ਹਾਂ ਮੈਰਿਟਸ ਐਂਡ ਡੀਮੈਰਿਟਸ ਆਫ ਫਿਕਸਡ ਐਕਸਚੇਂਜ ਰੇਟ। ਸਭ ਤੋਂ ਪਹਿਲਾਂ ਆਪਾਂ ਇਹਦੇ ਮੈਰਿਟਸ ਨੂੰ ਡਿਸਕਸ ਕਰਦੇ ਹਾਂ। ਤਾਂ ਫਸਟ ਇਹਦਾ ਕੀ ਆ ਲਾਭ, ਇਹਦਾ ਇਹੀ ਆ ਕਿ ਅੰਤਰਰਾਸ਼ਟਰੀ ਟ੍ਰੇਡ, ਮਤਲਬ ਕੀ ਆ ਆਪਾਂ ਇੰਟਰਨੈਸ਼ਨਲ ਟ੍ਰੇਡ ਜਿਹੜਾ ਅੰਤਰਰਾਸ਼ਟਰੀ ਲੈਵਲ ਤੇ ਟ੍ਰੇਡ ਕੀਤਾ ਜਾਂਦਾ, ਵਪਾਰ ਕੀਤਾ ਜਾਂਦਾ, ਉਹਦੀ ਗਤੀ ਤੇਜ਼ ਹੁੰਦੀ ਆ, ਮਤਲਬ ਕੀ ਆ ਉਹਨੂੰ ਪ੍ਰੋਤਸਾਹਨ ਮਿਲਦਾ। ਕਿਉਂਕਿ ਆਪਾਂ ਨੂੰ ਪਤਾ ਜਿਹੜੇ ਇੰਪੋਰਟਰਸ ਹੁੰਦੇ ਆ ਤੇ ਐਕਸਪੋਰਟਰਸ ਹੁੰਦੇ ਆ ਉਹ ਕੀ ਆ ਉਹਨਾਂ ਨੂੰ ਇੱਕ ਤਰ੍ਹਾਂ ਦੀ ਸਟੇਬਿਲਿਟੀ ਚਾਹੀਦੀ ਹੁੰਦੀ ਆ ਪ੍ਰਾਈਸਿਸ ਦੇ ਵਿੱਚ, ਤਾਂ ਹੀ ਉਹ ਆਪਣਾ ਵਪਾਰ ਕਰਦੇ ਆ। ਤਾਂ ਦੇਖੋ ਜਦੋਂ ਜਿਹੜਾ ਫਿਕਸਡ ਐਕਸਚੇਂਜ ਰੇਟ ਜੋ ਫਿਕਸ ਹੋਊਗਾ ਤਾਂ ਮਤਲਬ ਉਹਦੇ ਵਿੱਚ ਅਨਸਰਟੇਨਟੀ ਨਹੀਂ ਹੋਊਗੀ, ਉਹਦੇ ਵਿੱਚ ਕੋਈ ਕਨਫਿਊਜ਼ਨ ਨਹੀਂ ਹੋਊਗੀ, ਤਾਂ ਕਰਕੇ ਕੀ ਹੈ ਇੰਟਰਨੈਸ਼ਨਲ ਵਪਾਰ ਦੇ ਵਿੱਚ ਵਾਧਾ ਹੁੰਦਾ। ਇਸ ਤੋਂ ਅੱਗੇ ਦੇਖੋ ਜਿਹੜੀ ਇਨਵੈਸਟਮੈਂਟ ਆ ਇੰਟਰਨੈਸ਼ਨਲ ਲੈਵਲ ਤੇ ਇਨਵੈਸਟਮੈਂਟ ਕੀਤੀ ਜਾਂਦੀ ਆ, ਠੀਕ ਹੈ, ਉਹਦੇ ਵਿੱਚ ਸਭ ਤੋਂ ਵੱਡਾ ਡਰ ਇਹੀ ਹੁੰਦਾ ਵੀ ਇਨਸਟੇਬਿਲਿਟੀ ਹੋ ਜਾਂਦੀ ਆ, ਕਿਉਂਕਿ ਇਨਵੈਸਟਮੈਂਟ ਕਰਨ ਵਾਲਿਆਂ ਨੂੰ ਆਪਦੇ ਪੈਸੇ ਡੁੱਬਣ ਦਾ ਡਰ ਹੁੰਦਾ, ਕਿਉਂਕਿ ਜਿਹੜੇ ਐਕਸਚੇਂਜ ਰੇਟ ਆ ਕਦੇ ਵੱਧ ਜਾਂਦੇ ਆ ਕਦੇ ਘਟ ਜਾਂਦੇ ਆ। ਠੀਕ ਹੈ, ਤਾਂ ਜਦੋਂ ਇਹਨਾਂ ਦੇ ਵਿੱਚ ਫਿਕਸਡ ਐਕਸਚੇਂਜ ਰੇਟ ਸਿਸਟਮ ਹੁੰਦਾ, ਮਤਲਬ ਐਕਸਚੇਂਜ ਰੇਟ ਫਿਕਸਡ ਹੈ, ਤਾਂ ਇਨਵੈਸਟਮੈਂਟ ਕਰਨ ਵਾਲਿਆਂ ਨੂੰ ਜਿਹੜੀਆਂ ਇਨਸਟੇਬਿਲਿਟੀ ਨੂੰ ਘੱਟ ਫੇਸ ਕਰਨਾ ਪੈਂਦਾ, ਤਾਂ ਕਰਕੇ ਅੰਤਰਰਾਸ਼ਟਰੀ ਵਪਾਰ ਦੇ ਵਿੱਚ ਵਾਧਾ ਆਉਣ ਦੇ ਨਾਲ ਨਾਲ ਕੀ ਆ ਇੰਟਰਨੈਸ਼ਨਲ ਇਨਵੈਸਟਮੈਂਟ ਦੇ ਵਿੱਚ ਨਿਵੇਸ਼ ਵਿੱਚ ਵੀ ਵਾਧਾ ਆਉਂਦਾ। ਇਸ ਤੋਂ ਅੱਗੇ ਦੇਖੋ ਇੰਟਰਨੈਸ਼ਨਲ ਸਪੈਸ਼ਲਾਈਜੇਸ਼ਨ ਆ, ਠੀਕ ਹੈ, ਜਿਹਨੂੰ ਮੁਹਾਰਤ ਹਾਸਲ ਕਰਨਾ ਵੀ ਬੋਲਦੇ ਆ। ਠੀਕ ਹੈ, ਉਹਦੇ ਵਿੱਚ ਵਾਧਾ ਆਉਂਦਾ, ਜਿਹਦੇ ਕਰਕੇ ਵਰਲਡ ਵਾਈਡ ਕੀ ਆ ਸਾਰੇ ਵਰਲਡ ਦੀ ਪ੍ਰੋਡਕਟਿਵਿਟੀ ਤੇ ਪ੍ਰੋਡਕਸ਼ਨ ਦੇ ਉੱਤੇ ਪੋਜ਼ਿਟਿਵ ਇੰਪੈਕਟ ਪੈਂਦਾ। ਇਸ ਤੋਂ ਬਿਨਾਂ ਜਿਹੜੇ ਕੈਪੀਟਲ ਫਲੋਜ਼ ਆ, ਇਨਫਲੋ ਆ ਚਾਹੇ ਆਊਟਫਲੋ ਆ, ਉਹ ਕੀ ਆ ਸਮੂਥ ਤਰੀਕੇ ਦੇ ਨਾਲ ਹੋ ਜਾਂਦੇ ਆ, ਕਿਉਂਕਿ ਉਹਨਾਂ ਵਿੱਚ ਕੋਈ ਕਿਸੇ ਤਰ੍ਹਾਂ ਦਾ ਕੋਈ ਰਿਸਕ ਨਹੀਂ ਹੁੰਦਾ। ਇਸ ਤੋਂ ਬਿਨਾਂ ਜਿਹੜੀਆਂ ਕਰੰਸੀਜ਼ ਆ ਉਹਨਾਂ ਵਿੱਚ ਸਟੇਬਿਲਿਟੀ ਆ ਜਾਂਦੀ ਹੈ, ਸਥਿਰਤਾ ਆ ਜਾਂਦੀ ਹੈ, ਮਤਲਬ ਉਹਨਾਂ ਦੇ ਵਿੱਚ ਨਾ ਹੀ ਐਪਰੀਸ਼ੀਏਸ਼ਨ ਤੇ ਨਾ ਹੀ ਡੈਪਰੀਸ਼ੀਏਸ਼ਨ ਕਰਨ ਦੀ ਲੋੜ ਪੈਂਦੀ ਹੈ। ਠੀਕ ਹੈ, ਇਸ ਤੋਂ ਅੱਗੇ ਜੋ ਸੱਟੇਬਾਜ਼ੀ ਆ ਉਹਦਾ ਖਾਤਮਾ ਹੁੰਦਾ, ਸਪੈਕੂਲੇਸ਼ਨ ਬੋਲਿਆ ਜਾਂਦਾ। ਠੀਕ ਹੈ, ਜਿਹਨੂੰ ਤਾਂ ਉਹਦੇ ਵਿੱਚ ਕੀ ਹੁੰਦਾ ਕਿ ਸੱਟੇਬਾਜ਼ੀ ਕਿੱਦਾਂ ਕੀਤੀ ਜਾਂਦੀ ਹੈ। ਆਪਾਂ ਨੂੰ ਪਤਾ ਵੀ ਇੱਕ ਕਰੰਸੀ ਨੂੰ ਸਸਤਾ ਲੈ ਕੇ ਮਹਿੰਗਾ ਵੇਚ ਦਿੱਤਾ ਜਾਂਦਾ। ਹੁਣ ਆਪਾਂ ਨੂੰ ਪਤਾ ਜਦੋਂ ਜਿਹੜਾ ਐਕਸਚੇਂਜ ਰੇਟ ਫਿਕਸ ਆ ਤਾਂ ਅਫਕੋਰਸ ਇੱਕ ਪ੍ਰਾਈਸ ਹੀ ਸਾਰੇ ਕਿਤੇ ਚੱਲੂਗਾ, ਮਤਲਬ ਕੀ ਹੈ ਸੱਟੇਬਾਜ਼ੀ ਦਾ ਖਾਤਮਾ ਹੋ ਜਾਂਦਾ। ਇਸ ਤੋਂ ਅੱਗੇ ਦੇਖੋ ਜਿਹੜਾ ਮੋਨੀਟਰੀ ਡਿਸਪਲਿਨ ਆ ਉਹ ਕੀ ਹੈ ਕ੍ਰੀਏਟ ਹੋਇਆ ਰਹਿੰਦਾ, ਮਤਲਬ ਕੀ ਆ
ਆਪਣੇ ਜਿਹੜੇ ਮੋਨੀਟਰੀ ਲੈਵਲ ਤੇ ਜੋ ਕੀ ਆ ਇਨਫਲੇਸ਼ਨ ਔਰ ਡੀਫਲੇਸ਼ਨ ਆਉਂਦੀ ਆ ਉਹਨਾਂ ਦੇ ਲਈ ਕੀ ਆ ਉਹ ਅਵੋਇਡ ਕਰ ਦਿੰਦੀ ਆ, ਕਿਉਂਕਿ ਰੇਟਸ ਚੇਂਜ ਨਹੀਂ ਹੁੰਦੇ, ਤਾਂ ਕਰਕੇ ਇਕੋਨਮੀ ਦੇ ਵਿੱਚ ਕੀ ਆ ਆਪਾਂ ਕਹਿ ਸਕਦੇ ਹਾਂ ਸਟੇਬਿਲਿਟੀ ਰਹਿੰਦੀ ਹੈ। ਠੀਕ ਹੈ, ਮਤਲਬ ਕੀ ਆ ਡਿਸਿਪਲਿਨ ਬਣਿਆ ਰਹਿੰਦਾ ਮੋਨੀਟਰੀ ਸਿਸਟਮ ਦੇ ਵਿੱਚ, ਉਹਦੇ ਵਿੱਚ ਨਾ ਇਨਫਲੇਸ਼ਨ ਆਉਂਦੀ ਹੈ ਨਾ ਡੀਫਲੇਸ਼ਨ ਆਉਂਦੀ ਹੈ, ਨਾ ਪ੍ਰਾਈਸਿਸ ਵਧਦੇ ਆ ਤੇ ਨਾ ਹੀ ਪ੍ਰਾਈਸਿਸ ਕੀ ਆ ਘਟਦੇ ਆ। ਠੀਕ ਹੈ, ਇਸ ਤੋਂ ਅੱਗੇ ਆਪਾਂ ਇਹਦੀਆਂ ਡਿਸਐਡਵਾਂਟੇਜ ਨੂੰ ਕੀ ਆ ਡਿਸਕਸ ਕਰਦੇ ਆ। ਤਾਂ ਦੇਖੋ ਕਹਿੰਦੇ ਗਰੋਥ ਆਫ ਫੋਰਨ ਟ੍ਰੇਡ ਇਜ਼ ਨਾਟ ਲਿੰਕਡ ਵਿਦ ਦਾ ਫਿਕਸਡ ਐਕਸਚੇਂਜ ਰੇਟ। ਕਹਿੰਦੇ ਇਹ ਕਿਤੇ ਨਹੀਂ ਕਿਹਾ ਹੋਇਆ ਵੀ ਜੇ ਇਕੋਨਮੀ ਦੇ ਵਿੱਚ ਕਿਸੇ ਵੀ ਇਕੋਨਮੀ ਦੇ ਵਿੱਚ ਕੀ ਆ ਫਿਕਸਡ ਐਕਸਚੇਂਜ ਰੇਟ ਹੋਊਗਾ ਤਾਂ ਹੀ ਕੀ ਆ ਫੋਰਨ ਟ੍ਰੇਡ ਦੇ ਵਿੱਚ ਗਰੋਥ ਹੋਊਗੀ, ਕਿਉਂਕਿ ਕਹਿੰਦੇ ਆਪਾਂ ਨੂੰ ਜਿਹੜਾ ਵਾਰ ਦੇ ਪੀਰੀਅਡ ਦੇ ਵਿੱਚ ਇਹ ਕੀ ਆ ਇਹਦਾ ਕ੍ਰਿਟਿਸਿਜ਼ਮ ਹੋ ਚੁੱਕਿਆ ਕਿ ਜੇ ਆਪਾਂ ਗਰੋਥ ਕਰਨੀ ਆ ਤਾਂ ਫਲੈਕਸੀਬਲ ਐਕਸਚੇਂਜ ਰੇਟ ਵੀ ਹੋਣਾ ਚਾਹੀਦਾ। ਠੀਕ ਹੈ, ਤਾਂ ਇਹਦੇ ਵਿੱਚ ਸਭ ਤੋਂ ਵੱਡਾ ਡਰਾਬੈਕ ਇਹੀ ਆ ਵੀ ਐਕਸਚੇਂਜ ਰਿਜ਼ਰਵਸ ਜ਼ਿਆਦਾ ਰੱਖਣੇ ਪੈਂਦੇ ਆ, ਪੈਸਾ ਵਿਦੇਸ਼ੀ ਪੈਸਾ ਦਾ ਰਿਜ਼ਰਵ ਜ਼ਿਆਦਾ ਰੱਖਣਾ ਪੈਂਦਾ ਤੇ ਗੋਲਡ ਦਾ ਰਿਜ਼ਰਵ ਵੀ ਜ਼ਿਆਦਾ ਰੱਖਣਾ ਪੈਂਦਾ। ਇਸ ਤੋਂ ਅੱਗੇ ਦੇਖੋ ਕਹਿੰਦੇ ਨਾਟ ਰੀਅਲ ਰੇਟ ਆਫ ਐਕਸਚੇਂਜ, ਕਹਿੰਦੇ ਇੱਕ ਆਰਟੀਫਿਸ਼ੀਅਲ ਰੇਟ ਆ। ਠੀਕ ਹੈ, ਜਿਹਦੇ ਉੱਤੇ ਗਵਰਨਮੈਂਟ ਕੀ ਆ ਆਪਦੇ ਹਿਸਾਬ ਦੇ ਨਾਲ ਰੁਕਾਵਟਾਂ ਲਗਾਉਂਦੀ ਹੈ। ਠੀਕ ਹੈ, ਇਹ ਰੀਅਲ ਨਹੀਂ ਹੈਗਾ। ਇਸ ਤੋਂ ਬਿਨਾਂ ਕਹਿੰਦੇ ਜਿਹੜਾ ਕੈਪੀਟਲ ਫਲੋਜ਼ ਆ ਜਿਹੜੇ ਲੌਂਗ ਟਰਮ ਦੇ ਲਈ ਕੀਤੇ ਜਾਂਦੇ ਆ ਉਹਨਾਂ ਤੇ ਕੀ ਆ ਬਹੁਤ ਸਾਰੀਆਂ ਰੁਕਾਵਟਾਂ ਲਾਈਆਂ ਜਾਂਦੀਆਂ। ਠੀਕ ਹੈ, ਤਾਂ ਕਰਕੇ ਜਿਹੜਾ ਉਹ ਫਲੋ ਹੁੰਦਾ ਉਹ ਕੀ ਹੁੰਦਾ ਰਿਸਟ੍ਰਿਕਟਡ ਹੁੰਦਾ ਕਿ ਠੀਕ ਹੈ ਉਹਦੇ ਵਿੱਚ ਰੁਕਾਵਟਾਂ ਦੇ ਨਾਲ ਉਹ ਭਰਿਆ ਹੁੰਦਾ। ਇਸ ਤੋਂ ਅੱਗੇ ਦੇਖੋ ਕਹਿੰਦੇ ਇਹ ਸਿਸਟਮ ਪਰਮਾਨੈਂਟ ਨਹੀਂ ਹੁੰਦਾ। ਪਰਮਾਨੈਂਟ ਆਪਾਂ ਨੂੰ ਪਤਾ ਹੈਗਾ ਵੀ ਫਿਕਸਡ ਰੇਟ ਐਕਸਚੇਂਜ ਰੇਟ ਹੁਣ ਖਤਮ ਹੋ ਚੁੱਕਿਆ। ਠੀਕ ਹੈ, ਲੌਂਗ ਟਰਮ ਦੇ ਲਈ ਜੋ ਵੀ ਆਪਾਂ ਕਹਿੰਦੇ ਪਾਲਿਸੀ ਆ ਉਹਨੂੰ ਨਹੀਂ ਅਪਣਾ ਸਕਦੇ, ਕੰਡੀਸ਼ਨ ਦੇ ਹਿਸਾਬ ਦੇ ਨਾਲ ਇਕਨੋਮਿਕ ਇਨਵਾਇਰਮੈਂਟ ਦੇ ਹਿਸਾਬ ਦੇ ਨਾਲ ਕੀ ਆ ਇਹਦੇ ਵਿੱਚ ਕੀ ਆ ਚੇਂਜ ਕਰਨੇ ਪੈਂਦੇ ਆ। ਠੀਕ ਹੈ, ਐਕਸਚੇਂਜ ਰੇਟ ਦੇ ਵਿੱਚ, ਤਾਂ ਕਰਕੇ ਇਹਨੂੰ ਇੱਕ ਪਰਮਾਨੈਂਟ ਸਿਸਟਮ ਨਹੀਂ ਮੰਨ ਸਕਦੇ। ਇਸ ਤੋਂ ਅੱਗੇ ਦੇਖੋ ਕਹਿੰਦੇ ਫਿਕਸਡ ਰੇਟ ਐਡਵਰਸਲੀ ਇਫੈਕਟ ਇਕਨੋਮਿਕ ਸਟੇਬਿਲਿਟੀ। ਕਹਿੰਦੇ ਇਕਨੋਮਿਕ ਸਟੇਬਿਲਿਟੀ ਨੂੰ ਕੀ ਆ ਇਹ ਇਹਦੇ ਤੇ ਬੁਰਾ ਪ੍ਰਭਾਵ ਪਾਉਂਦੇ ਆ। ਠੀਕ ਹੈ, ਕਿਉਂਕਿ ਆਪਾਂ ਨੂੰ ਪਤਾ ਵੀ ਕਈ ਕੰਟਰੀਜ਼ ਦੇ ਵਿੱਚ ਕੀ ਆ ਡਿਪਰੈਸ਼ਨ ਜਾਂ ਅਨਇੰਪਲੋਇਮੈਂਟ ਆ ਜਾਂਦੀ ਹੈ। ਠੀਕ ਹੈ, ਤਾਂ ਉਹ ਕੀ ਆ ਕਾਹਦੇ ਕਰਕੇ ਆ ਜਾਂਦੀ ਹੈ, ਕਈ ਵਾਰੀ ਉਹਨਾਂ ਦਾ ਰੇਟ ਫਿਕਸਡ ਹੋਣ ਕਰਕੇ। ਤਾਂ ਦੇਖੋ ਕਹਿੰਦੇ ਤਾਂ ਕਰਕੇ ਆਪਣੇ ਲਈ ਕਹਿੰਦੇ ਇਕਨੋਮਿਕ ਸਥਿਰਤਾ ਲਿਆਉਣ ਦੇ ਲਈ ਆਪਾਂ ਕਹਿ ਸਕਦੇ ਹਾਂ ਵੀ ਜਿਹੜਾ ਐਕਸਚੇਂਜ ਰੇਟ ਆ ਉਹ ਕਈ ਜਿਹੜਾ ਫਿਕਸਡ ਹੁੰਦਾ ਕਈ ਤਰ੍ਹਾਂ ਦੀਆਂ ਰੁਕਾਵਟਾਂ ਪੈਦਾ ਕਰਦਾ, ਕਿਉਂਕਿ ਆਪਾਂ ਜਿਹੜੀਆਂ ਬੇਰੁਜ਼ਗਾਰੀ ਆ ਜਾਂ ਮੰਦੀ ਦੀ ਸਥਿਤੀ ਆ ਉਹਨੂੰ ਕੀ ਆ ਐਕਸਚੇਂਜ ਰੇਟ ਦੇ ਵਿੱਚ ਪਰਿਵਰਤਨ ਕਰਕੇ ਚੇਂਜ ਕਰਕੇ ਹੀ ਆਪਾਂ ਉਹਨੂੰ ਸੋਲਵ ਕਰ ਸਕਦੇ ਹਾਂ। ਇਸ ਤਰ੍ਹਾਂ ਆਪਣਾ ਇਹ ਟੌਪਿਕ ਇੱਥੇ ਫਿਨਿਸ਼ ਹੋ ਜਾਂਦਾ। ਥੈਂਕ ਯੂ ਸਟੂਡੈਂਟਸ।